ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਤ ਸਿੰਘ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਦੇ ਦੀਵਾਨ ਸੁਣਨ ਦੇ ਫਲ ਦੇ ਨਾਲ ਕਿਵੇਂ ਜਮਦੂਤਾਂ ਦੀਆਂ ਚਾਲਾਂ ਵੀ ਫੇਲ ਹੋ ਗਈਆਂ, ਇਸ ਦੀ ਇੱਕ ਘਟਨਾ ਜੋ ਗੁਰਸਿੱਖ ਪ੍ਰੇਮੀ ਦੇ ਨਾਲ ਹੋਈ ਆ, ਉਸ ਦੀ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਦੀਵਾਨ ਸੁਣਨ ਦੀ ਮਹਿਮਾ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਮਹਾਂਪੁਰਖਾਂ ਦੇ ਦੀਵਾਨ ਸੁਣਨ ਦੇ ਨਾਲ ਕਿੱਡੇ ਵੱਡੇ ਲਾਭ ਪ੍ਰਾਪਤ ਹੁੰਦੇ ਆ। ਜਿੱਥੇ ਸਾਡੇ ਸੰਸਾਰੀ ਜੀਵਾਂ ਦਾ ਲੋਕ ਸਹੇਲਾ ਹੁੰਦਾ, ਉੱਥੇ ਪਰਲੋਕ ਵੀ ਸਹੇਲੇ ਹੋ ਜਾਂਦੇ ਆ। ਔਰ ਖ਼ਾਸ ਕਰਕੇ ਜਦ ਅੰਤ ਸਮਾਂ ਆਉਂਦਾ ਹੈਗਾ, ਜਦੋਂ ਇਹ ਪ੍ਰਾਣੀ ਸੰਸਾਰ ਛੱਡ ਕੇ ਜਾਂਦਾ, ਉਸ ਟਾਈਮ ਉਸ ਪ੍ਰਾਣੀ ਨੂੰ ਮੌਤ ਦੀ ਵੀ ਸੋਝੀ ਹੋ ਜਾਂਦੀ ਆ ਕਿ ਕਿਵੇਂ ਜਮਦੂਤ ਉਹਨੂੰ ਲੈਣ ਆਉਂਦੇ ਆ, ਅਤੇ ਉਸ ਟਾਈਮ ਕਿਵੇਂ ਉਹ ਆਪਣੀਆਂ ਬੜੀਆਂ ਭਿਆਨਕ ਚਾਲਾਂ ਚੱਲਦੇ ਆ, ਅਤੇ ਉਸ ਚਾਲਾਂ ਦੇ ਵਿੱਚ ਜੀਵ ਆਤਮਾ ਨੂੰ ਫਸਾ ਕੇ ਅਤੇ ਕਿਵੇਂ ਉਹ ਧਰਮਰਾਜ ਦੀ ਕਚਹਿਰੀ ਪੇਸ਼ ਕਰ ਦਿੰਦੇ ਆ ਅਤੇ ਨਰਕਾਂ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਦਿੰਦੇ ਆ। ਇਸ ਦੀ ਇੱਕ ਘਟਨਾ ਰਾੜੇ ਸਾਹਿਬ ਦੇ ਲਾਗੇ ਇੱਕ ਨਗਰ ਇੱਕ ਸਿੰਘ ਦੇ ਨਾਲ ਜੋ ਹੋਈ ਆ, ਉਹਦੀ ਵਿਚਾਰਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਉਸ ਦਿਨ ਕਹਿੰਦੇ ਵੀ ਰਾਤ ਦੇ ਤਕਰੀਬਨ 8 ਕੁ ਵਜੇ ਸੀਗੇ ਜਦੋਂ ਮੈਂ ਖਾਣਾ ਖਾ ਕੇ ਹਟਿਆ ਸੀ। ਪ੍ਰਸ਼ਾਦਾ ਪਾਣੀ ਛੱਕ ਕੇ ਹਟਿਆ ਅਤੇ ਆਪਣੇ ਮੰਜੇ ਦੇ ਉੱਤੇ ਢੋਲ ਲਾ ਕੇ ਬੈਠਾ ਅਤੇ ਹੱਥ ਦੇ ਵਿੱਚ ਮੈਂ ਕਹਿੰਦੇ ਆਪਣਾ ਰਿਮੋਟ ਚੱਕਿਆ ਅਤੇ ਖਬਰਾਂ ਸੁਣਨ ਨੂੰ ਮੇਰਾ ਮਨ ਕੀਤਾ ਵੀ ਚਲੋ ਖਬਰਾਂ ਸੁਣਦੇ ਹਾਂ। ਜਿਉਂ ਹੀ ਕਹਿੰਦੇ ਮੈਂ ਰਿਮੋਟ ਚੱਕ ਕੇ ਹਜੇ ਖਬਰਾਂ ਸੁਣਨ ਲੱਗਾ ਹੀ ਇੱਕਦਮ ਇੱਕ ਆਵਾਜ਼ ਮੇਰੇ ਕੰਨਾਂ 'ਚ ਪਈ। ਅਤੇ ਉਹ ਆਵਾਜ਼ ਕੀ ਸੀ? ਕਹਿੰਦੇ ਉਹ ਆਵਾਜ਼ ਮੇਰੇ ਕੰਨਾਂ ਵਿੱਚ ਇਹ ਪਈ, ਚੱਲ ਪਏ। ਕਹਿੰਦੇ ਜਦੋਂ ਇੰਨੀ ਗੱਲ ਹੋਈ, ਆਵਾਜ਼ ਬੜੀ ਸਾਫ਼ ਅਤੇ ਬਿਲਕੁਲ ਕਲੀਅਰ ਮੈਨੂੰ ਸੁਣੀ ਵੀ ਚੱਲ ਪਏ। ਜਦ ਕਹਿੰਦੇ ਇਹ ਆਵਾਜ਼ ਜਿਹੜੀ ਸੀ ਮੇਰੇ ਕੰਨਾਂ 'ਚ ਪਈ ਅਤੇ ਮੈਂ ਕਹਿੰਦੇ ਬੜਾ ਹੈਰਾਨ, ਇਹ ਆਵਾਜ਼ ਕਿੱਥੋਂ ਆਈ ਆ। ਉਸ ਤੋਂ ਬਾਅਦ ਤਕਰੀਬਨ ਕਹਿੰਦੇ ਫਿਰ ਦੁਬਾਰਾ ਜਿਹੜੀ ਸੀ ਆਵਾਜ਼ 2-3 ਸੈਕਿੰਡ ਬਾਅਦ ਦੁਬਾਰਾ ਫਿਰ ਆਈ, ਤੈਨੂੰ ਲੈਣ ਵਾਸਤੇ ਚੱਲ ਪਏ ਹਾਂ ਅਤੇ ਬਹੁਤ ਸਪੀਡ ਦੇ ਨਾਲ ਅਸੀਂ ਤੇਰੇ ਵੱਲੋਂ ਆ ਰਹੇ ਹਾਂ। ਜਦ ਕਹਿੰਦੇ ਦੂਸਰੀ ਆਵਾਜ਼ ਕੰਨਾਂ 'ਚ ਇਹ ਪਈ ਕਿ ਤੈਨੂੰ ਲੈਣ ਵਾਸਤੇ ਅਸੀਂ ਚੱਲ ਪਏ ਅਤੇ ਬਹੁਤ ਸਪੀਡ ਨਾਲ ਤੇਰੇ ਵੱਲੋਂ ਅਸੀਂ ਆ ਰਹੇ ਹਾਂ, ਅਤੇ ਬਹੁਤ ਸਪੀਡ ਨਾਲ ਤੇਰੇ ਵੱਲੋਂ ਅਸੀਂ ਆ ਰਹੇ ਹਾਂ। ਕਹਿੰਦੇ ਸੁਣ ਕੇ ਅਤੇ ਭਾਈ ਸਾਹਿਬ ਕਹਿੰਦੇ ਕਿ ਮੈਂ ਆਲਾ ਦੁਆਲਾ ਦੇਖਣ ਲੱਗ ਪਿਆ ਵੀ ਇਹ ਆਵਾਜ਼ ਕਿੱਥੋਂ ਆਉਂਦੀ ਆ, ਇਹ ਕੌਣ ਮੈਨੂੰ ਕਹਿ ਰਿਹਾ ਹੈਗਾ। ਉਸ ਤੋਂ ਬਾਅਦ ਤਕਰੀਬਨ ਕਹਿੰਦੇ ਜਦ 1 ਮਿੰਟ ਹੋਇਆ, 1 ਮਿੰਟ ਬਾਅਦ ਦੁਬਾਰਾ ਫੇਰ ਆਵਾਜ਼ ਆਈ ਵੀ ਅਸੀਂ ਤੇਰੇ ਦਰਵਾਜ਼ੇ 'ਤੇ ਪਹੁੰਚ ਗਏ ਹਾਂ, ਅਸੀਂ ਤੇਰੇ ਦਰਵਾਜ਼ੇ 'ਤੇ ਪਹੁੰਚ ਗਏ ਹਾਂ। ਜਦੋਂ ਕਹਿੰਦੇ ਤੀਸਰੀ ਵਾਰ 1 ਮਿੰਟ ਬਾਅਦ ਫੇਰ ਆਵਾਜ਼ ਕਲੀਅਰ ਬਿਲਕੁਲ ਮੇਰੇ ਕੰਨਾਂ ਦੇ ਵਿੱਚ ਸੁਣੀ ਆ, ਤਾਂ ਫਿਰ ਭਾਈ ਸਾਹਿਬ ਕਹਿਣ ਲੱਗੇ ਕਿ ਮੇਰੇ ਮਨ 'ਚ ਆਇਆ ਵੀ ਲੱਗਦਾ ਕੋਈ ਅਣਹੋਣੀ ਘਟਨਾ ਵਾਪਰਨ ਵਾਲੀ ਆ। ਅਤੇ ਇਹ ਸੁਣ ਕੇ ਕਹਿੰਦੇ ਘਬਰਾਹਟ ਤਾਂ ਫਿਰ ਕੁਦਰਤੀ ਹੋਣੀ ਸੀਗੀ। ਉਸ ਤੋਂ ਬਾਅਦ ਕਹਿੰਦੇ ਕੀ ਹੋਇਆ, ਮੈਂ ਫਿਰ ਵੀ ਕਹਿੰਦੇ ਹੌਸਲਾ ਕਰਕੇ ਆਵਾਜ਼ ਮਾਰ ਕੇ ਮੈਂ ਪੁੱਛਿਆ, ਮੈਂ ਕਿਹਾ ਬਈ ਤੁਸੀਂ ਕੌਣ ਆ ਬਾਬਾ ਜੀ। ਜਦ ਕਹਿੰਦੇ ਇੰਨੀ ਗੱਲ ਮੈਂ ਆਵਾਜ਼ ਮਾਰ ਕੇ ਪੁੱਛੀ ਅਤੇ ਅੱਗਿਓਂ ਫਿਰ ਆਵਾਜ਼ ਆਈ ਵੀ ਮੈਂ ਬਾਬਾ ਨਹੀਂ ਹਾਂ, ਮੈਂ ਜਮਦੂਤ ਹਾਂ, ਮੈਂ ਤੈਨੂੰ ਲੈਣ ਵਾਸਤੇ ਆਇਆ ਹਾਂ। ਬਸ ਫਿਰ ਕੀ ਸੀ, ਕਹਿੰਦੇ ਵੀ ਜਦੋਂ ਉਹਨੇ ਕਿਹਾ ਵੀ ਮੈਂ ਜਮਦੂਤ ਹਾਂ, ਮੈਂ ਤੈਨੂੰ ਲੈਣ ਵਾਸਤੇ ਆਇਆ, ਅਤੇ ਭਾਈ ਸਾਹਿਬ ਕਹਿੰਦੇ ਕੁਦਰਤੀ ਮੇਰੀ ਘਬਰਾਹਟ ਦੇ ਵਿੱਚ ਸੁਰਤ ਜਿਹੜੀ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਦੇ ਚਰਨਾਂ 'ਚ ਗਈ ਕਿ ਜਿਨ੍ਹਾਂ ਦੇ ਮੈਂ ਕਦੇ ਕਦੇ ਦੀਵਾਨ ਸੁਣਦਾ ਹੁੰਦਾ ਸੀ। ਅਤੇ ਮਹਾਂਪੁਰਖਾਂ ਦਾ ਬਚਨ ਚੇਤੇ ਆ ਗਿਆ ਵੀ ਜਦੋਂ ਵੀ ਔਖੀ ਘੜੀ ਹੋਵੇ ਉਸ ਟਾਈਮ ਨਾਮ ਸਿਮਰਨ ਦਾ ਪੱਲਾ ਫੜ ਲੈਣਾ ਚਾਹੀਦਾ। ਅਤੇ ਫਿਰ ਸੱਜਣ ਕਹਿਣ ਲੱਗੇ ਕਿ ਮੈਂ ਵਾਹਿਗੁਰੂ 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 ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਕਹਿੰਦੇ ਮੈਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਨਾਲ ਇਹ ਵੀ ਬੇਨਤੀ ਕਰਨ ਲੱਗ ਪਿਆ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਮੈਨੂੰ ਬਚਾਓ, ਮੇਰੇ ਕੋਲ ਕੀ ਗਲਤੀ ਹੋ ਗਈ, ਮੇਰੇ ਕੋਲ ਕੀ ਭੁੱਲ ਹੋ ਗਈ। ਸਿਮਰਨ ਦੇ ਨਾਲ ਅੰਤਰਾਤਮਾ ਇਹ ਵੀ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕਹਿੰਦੇ ਮੈਂ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਟਾਈਮ ਫਿਰ ਬਾਹਰੋਂ ਆਵਾਜ਼ ਆਈ, ਕਹਿੰਦੇ ਭਾਈ ਤੂੰ ਇਹ ਕੀ ਕਰਨ ਲੱਗ ਪਿਆ ਹੈਗਾ, ਬੰਦ ਕਰ ਫਟਾਫਟ ਬਾਹਰ। ਜਦ ਕਹਿੰਦੇ ਵੀ ਇਹ ਗੱਲ ਜਿਹੜੀ ਸੀ ਬਾਹਰੋਂ ਫੇਰ ਆਈ, ਪਰ ਮੈਂ ਇਹ ਜਿਹੜੀ ਗੱਲ ਸੀ ਇਹਦਾ ਕੋਈ ਜਵਾਬ ਨਹੀਂ ਦਿੱਤਾ, ਸੁਣੀ ਅਣਸੁਣੀ ਕਰ ਦਿੱਤੀ। ਅਤੇ ਕਹਿੰਦੇ ਮੈਂ ਫਿਰ ਸਿਮਰਨ ਕਰਨ ਲੱਗ ਪਿਆ। ਜਦ ਕਹਿੰਦੇ ਵੀ ਵਾਹਿਗੁਰੂ 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 ਮੈਂ ਸਿਮਰਨ ਕਰਨ ਲੱਗ ਪਿਆ, ਅਤੇ ਇਹ ਸਿਮਰਨ ਦੀ ਆਵਾਜ਼ ਦੇ ਨਾਲ ਮੇਰੇ ਕਮਰੇ ਦੇ ਵਿੱਚੋਂ 25-30 ਐਸੀਆਂ ਅਦ੍ਰਿਸ਼ ਰੂਹਾਂ ਜਿਹੜੀਆਂ ਕਹਿੰਦੇ ਉਸ ਟਾਈਮ ਗੁਪਤ ਰੂਪ ਦੇ ਵਿੱਚ ਪ੍ਰਗਟ ਹੋ ਗਈਆਂ, ਉਹਨਾਂ ਨੇ ਵੀ ਕਹਿੰਦੇ ਪ੍ਰਗਟ ਰੂਪ ਦੇ ਵਿੱਚ ਮੇਰੇ ਸਿਮਰਨ ਦੇ ਵਿੱਚ ਨਾਲ ਆਵਾਜ਼ ਦੇ ਨਾਲ ਆਵਾਜ਼ ਮਿਲਾਉਣੀ ਸ਼ੁਰੂ ਕਰਤੀ। ਤਾਂ ਇਸ ਤਰ੍ਹਾਂ ਕਮਰਾ ਭਰ ਗਿਆ ਵੀ ਜਿਵੇਂ ਬਹੁਤ ਸਾਰੀ ਸੰਗਤ ਬੈਠੀ ਹੋਵੇ
ਤੇ ਸਾਰੇ ਦੀ ਜਿਹੜੀ ਆਵਾਜ਼ ਸੀ ਹੁਣ ਇੱਕ ਧੁਨੀ ਵਿੱਚ ਆਉਣ ਲੱਗ ਪਈ, ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਵਾਹਿਗੁਰੂ 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 ਦੀ ਆਵਾਜ਼ ਦੇ ਵਿੱਚ ਕਹਿੰਦੇ ਰਸ ਬਣ ਗਿਆ। ਜਦ ਕਹਿੰਦੇ ਇਸ ਤਰ੍ਹਾਂ ਜਿਹੜਾ ਸੀ ਉਹ ਰਸ ਬਣ ਗਿਆ, ਉਸ ਤੋਂ ਬਾਅਦ ਕਹਿੰਦੇ ਫਿਰ ਬਾਹਰੋਂ ਫਿਰ ਆਵਾਜ਼ ਆਈ, ਕਹਿੰਦੇ ਭਾਈ ਇਹ ਸਭ ਕੁਛ ਬੰਦ ਕਰ, ਉੱਠ ਕੇ ਬਾਹਰ ਵਾ, ਅਗਰ ਤੂੰ ਬਾਹਰ ਨਹੀਂ ਆਇਆ ਤਾਂ ਮੈਂ ਅੰਦਰ ਆ ਕੇ ਤੈਨੂੰ ਘੜੀਸ ਕੇ ਲੈ ਜਾਊਂਗਾ। ਜਦੋਂ ਕਹਿੰਦੇ ਬਾਹਰੋਂ ਫਿਰ ਇਸ ਤਰ੍ਹਾਂ ਦੀ ਆਵਾਜ਼ ਆਈ ਤਾਂ ਫਿਰ ਕਹਿੰਦੇ ਵੀ ਮੇਰੇ ਅੰਦਰ ਫਿਰ ਜਿਹੜੀ ਸੀ ਘਬਰਾਹਟ ਹੋ ਗਈ। ਘਬਰਾਹਟ ਹੋਣ ਤੋਂ ਬਾਅਦ ਕਹਿੰਦੇ ਫਿਰ ਮੈਂ ਉੱਠਿਆ, ਉੱਠ ਕੇ ਜਦੋਂ ਬਾਹਰ ਨੂੰ ਜਾਣ ਲੱਗਾ ਤਾਂ ਘਰ ਦੇ ਮੈਨੂੰ ਪੁੱਛਣ ਲੱਗੇ ਵੀ ਤੂੰ ਬਾਹਰ ਇਸ ਟਾਈਮ ਕੀ ਕਰਨ ਚੱਲਾਂ। ਕਹਿੰਦੇ ਮੈਂ ਉੱਪਰ ਨੂੰ ਹੱਥ ਕੀਤੇ ਕਹਿਣ ਲੱਗਾ ਵੀ ਮੇਰਾ ਸਮਾਂ ਆ ਗਿਆ ਹੈਗਾ, ਹੁਣ ਮੈਂ ਸੰਸਾਰ ਤੋਂ ਜਾਣ ਲੱਗਾ। ਜਦ ਕਿ ਕਹਿੰਦੇ ਇੰਨੀ ਗੱਲ ਹੋਈ ਅਤੇ ਜਦੋਂ ਫਿਰ ਮੈਂ ਬਾਹਰ ਨੂੰ ਤੁਰਨ ਲੱਗਾ ਤਾਂ ਘਰਦਿਆਂ ਦੇ ਮਨ 'ਚ ਕਿ ਇਹਨੂੰ ਪਤਾ ਨਹੀਂ ਕੀ ਹੋ ਗਿਆ, ਕਿਉਂਕਿ ਘਰ ਵਾਲਿਆਂ ਨੂੰ ਤਾਂ ਇਹ ਜਿਹੜੀਆਂ ਘਟਨਾਵਾਂ ਸੀਗੀਆਂ ਮੇਰੇ ਨਾਲ ਹੋ ਰਹੀਆਂ ਸੀ ਉਹ ਤਾਂ ਨਾ ਸੁਣਾਈ ਦੇ ਰਹੀਆਂ ਸੀ ਨਾ ਉਹ ਦੇਖ ਰਹੇ ਸੀਗੇ। ਕਹਿੰਦੇ ਘਰਦਿਆਂ ਨੇ ਕੀ ਕੀਤਾ, ਮੈਨੂੰ ਫਟਾਫਟ ਜਿਹੜਾ ਜ਼ੋਰ ਦੇ ਨਾਲ ਦੁਬਾਰਾ ਫਿਰ ਮੰਜੇ 'ਤੇ ਪਾ ਦਿੱਤਾ। ਜਦ ਕਹਿੰਦੇ ਦੁਬਾਰਾ ਜਿਹੜਾ ਮੰਜੇ 'ਤੇ ਫਿਰ ਪਾ ਦਿੱਤਾ ਹੈਗਾ, ਉਸ ਤੋਂ ਬਾਅਦ ਕਹਿੰਦੇ ਫਿਰ ਜਦ ਮੈਂ ਨਾ ਦੁਬਾਰਾ ਫਿਰ ਇਹ ਸਿਮਰਨ ਕਰਨ ਲੱਗ ਪਿਆ ਤਾਂ ਬਾਹਰੋਂ ਫਿਰ ਆਵਾਜ਼ ਆਈ, ਕਹਿੰਦੇ ਭਾਈ ਛੇਤੀ ਘਰ ਬਾਹਰ ਵਾ, ਅਗਰ ਮੈਂ ਅੰਦਰ ਆ ਗਿਆ ਹੈ ਨਾ ਤਾਂ ਤੈਨੂੰ ਘੜੀਸ ਕੇ ਲੈ ਜਾਊਂਗਾ ਅਤੇ ਤੈਨੂੰ ਕਹਿੰਦੇ ਮੈਂ ਇੰਨਾ ਘੜੀਸੂੰਗਾ ਕਿ ਤੈਨੂੰ ਨੰਗਾ ਕਰਕੇ ਨਾ ਬਾਹਰ ਫਿਰ ਖੜੂੰਗਾ। ਜਦੋਂ ਕਹਿੰਦੇ ਬਾਹਰੋਂ ਬੜੀ ਕੜਕ ਆਵਾਜ਼ਾਂ ਜਿਹੜੀਆਂ ਸੀ ਆਉਣ ਲੱਗ ਪਈਆਂ ਅਤੇ ਫਿਰ ਕਹਿੰਦੇ ਵੀ ਮੈਂ ਉਹਨਾਂ ਦੀ ਗੱਲ ਜਿਹੜਾ ਕੋਈ ਜਵਾਬ ਨਹੀਂ ਦਿੱਤਾ, ਫਿਰ ਮੈਂ ਸਿਮਰਨ ਕਰਨ ਲੱਗ ਪਿਆ। ਫਿਰ ਬਾਹਰੋਂ ਕਹਿੰਦੇ ਉਹੀ ਜਮਦੂਤ ਜਿਹੜੇ ਸੀ ਮੈਨੂੰ ਕਹਿਣ ਲੱਗ ਪਏ, ਕਹਿੰਦੇ ਛੇਤੀ ਕਰ ਲਾ, ਅਜੇ ਵੀ ਸਮਾਂ ਬਾਹਰ ਆ ਜਾ, ਨਹੀਂ ਤਾਂ ਮੈਂ ਤੈਨੂੰ ਤੇਲ ਦੇ ਕੜਾਹੇ ਦੇ ਵਿੱਚ ਸੁੱਟਾਂਗਾ। ਅਤੇ ਕਹਿੰਦੇ ਮੈਂ ਹੋਰ ਆਦਮੀ ਵੀ ਲੈਣੇ ਆ, ਮੈਂ ਤੇਰੇ ਕਰਕੇ ਇੱਥੇ ਇਕੱਲਾ ਜਿਹੜਾ ਹੈਗਾ ਬੱਝਾ ਨਹੀਂ ਬਹਿਣਾ ਹੈਗਾ। ਜਦੋਂ ਕਹਿੰਦੇ ਬਾਹਰੋਂ ਜਿਹੜੀ ਸੀ ਇਸ ਤਰ੍ਹਾਂ ਦੀ ਫਿਰ ਆਵਾਜ਼ ਆਈ, ਭਾਈ ਸਾਹਿਬ ਕਹਿੰਦੇ ਫਿਰ ਮੈਂ ਜਿਹੜਾ ਸੀ ਉਹ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਜਦ ਕਹਿੰਦੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਫਿਰ ਕਹਿੰਦੇ ਮੈਂ ਕੀ ਦੇਖਿਆ, ਬਾਹਰੋਂ 2 ਆਦਮੀ ਗੇਟ ਦੇ ਵਿੱਚ ਦਾਖਲ ਹੋਏ ਆ। ਜਿਹੜੇ 2 ਆਦਮੀ ਦਾਖਲ ਹੋਏ ਸੀ, ਇੱਕ ਸਿੱਧਾ ਆਇਆ ਅਤੇ ਇੱਕ ਆਇਆ ਪੁੱਠਾ। ਜਦੋਂ ਕਹਿੰਦੇ ਸਿੱਧਾ ਤਾਂ ਪੁੱਠਾ ਆਇਆ, ਮੈਂ ਉਹਨਾਂ ਦੀ ਹਰਕਤ ਦੇਖ ਰਿਹਾ ਸੀਗਾ ਅਤੇ ਅੰਦਰ ਕੁਦਰਤੀ ਕਹਿੰਦੇ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਹੁਣਾਂ ਦੇ ਦੀਵਾਨ ਦੀ ਕੈਸਟ ਚੱਲਦੀ ਸੀ ਮੇਰੇ ਕਮਰੇ 'ਚ ਕੀਰਤਨ ਦੀ। ਜਦ ਕਹਿੰਦੇ ਉਹ ਕੈਸਟ ਕੀਰਤਨ ਦੀ ਚੱਲਦੀ ਸੀਗੀ ਤਾਂ ਉਹ ਜਿਹੜਾ ਮੋਹਰੇ ਆਦਮੀ ਆਇਆ ਸੀ ਜਮਦੂਤ, ਉਹ ਨਾਲ ਦੇ ਨੂੰ ਕਹਿਣ ਲੱਗਾ, ਕਹਿੰਦਾ ਯਾਰ ਤੂੰ ਤਾਂ ਕਹਿੰਦਾ ਮੈਨੂੰ ਵੀ ਫਸਾਤਾ ਹੈਗਾ ਇੱਥੇ। ਜਦੋਂ ਕਹਿੰਦੇ ਇੰਨੀ ਗੱਲ ਕਹੀ ਵੀ ਤੂੰ ਤਾਂ ਮੈਨੂੰ ਵੀ ਇੱਥੇ ਫਸਾਤਾ ਹੈ। ਜਦ ਕਹਿੰਦੇ ਇਹ ਗੱਲ ਹੋਈ ਆ ਤਾਂ ਫਿਰ ਪਿਛਲਾ ਕਹਿਣਾ ਕਿ ਕੀ ਹੋਇਆ, ਕਹਿੰਦਾ ਅੰਦਰ ਤਾਂ ਕੀਰਤਨ ਚੱਲਦਾ ਹੈਗਾ, ਸਿਮਰਨ ਚੱਲਦਾ ਹੈਗਾ, ਹੁਣ ਮੈਂ ਨਾ ਅੰਦਰ ਜਾ ਸਕਦਾ ਹੈਗਾ ਨਾ ਬਾਹਰ ਜਾ ਸਕਦਾ ਹੈਗਾ। ਜਦੋਂ ਕਹਿੰਦੇ ਇੰਨੀ ਗੱਲ ਹੋਈ ਤਾਂ ਫਿਰ ਕਹਿੰਦਾ ਵੀ ਉਹ ਜਿਹੜਾ ਦੂਸਰਾ ਜਮਦੂਤ ਸੀਗਾ ਜਿਹਦਾ ਮੂੰਹ ਪਿੱਛੇ ਨੂੰ ਸੀਗਾ, ਕਹਿੰਦਾ ਕਹਿਣ ਲੱਗਾ, ਕਹਿੰਦਾ ਕੋਈ ਗੱਲ ਨਹੀਂ ਆਪਾਂ ਕਹਿੰਦਾ ਦੇਖਦੇ ਹਾਂ। ਕਹਿੰਦੇ ਜਦੋਂ ਇੰਨੀ ਗੱਲ ਕਹਿਣ ਦੀ ਢੇਰ ਸੀ ਤਾਂ ਫਿਰ ਕਹਿੰਦਾ ਵੀ ਉਹ ਕਹਿਣ ਲੱਗਾ, ਕਹਿੰਦਾ ਚੱਲ ਠੀਕ ਆ, ਆਪਾਂ ਹੁਣ ਇੱਦਾਂ ਕਰਦੇ ਹਾਂ, ਪਿੱਛੋਂ ਆਰਡਰ ਲਿਆਉਂਦੇ ਹਾਂ। ਜਦ ਕਹਿੰਦੇ ਉਹਨੇ ਪਿੱਛੋਂ ਆਰਡਰ ਦੀ ਗੱਲ ਕਹੀ, ਅਚਨਚੇਤ ਭਾਈ ਸਾਹਿਬ ਕਹਿਣ ਲੱਗੇ ਕਿ ਮੈਂ ਕੀ ਦੇਖਿਆ, ਇੱਕ ਤੀਸਰਾ ਜਮਦੂਤ ਜਿਹਦੀ ਜਿਹੜੀ ਹਾਈਟ ਸੀਗੀ ਜਿਵੇਂ ਪਾਣੀ ਦੀ ਟੈਂਕੀ ਹੁੰਦੀ, ਐਡਾ ਵੱਡਾ ਉੱਚਾ, ਕਹਿੰਦੇ ਥੱਲੇ ਮੈਨੂੰ ਦਿਖਾਈ ਨਹੀਂ ਦਿੱਤਾ, ਬਿਲਕੁਲ ਅਲਫ ਨੰਗਾ ਸੀਗਾ ਅਤੇ ਰੰਗ ਬਿਲਕੁਲ ਕਾਲਾ ਧੂਤ, ਬਹੁਤ ਡਰਾਉਣੀ ਸ਼ਕਲ ਦਾ, ਭਿਆਨਕ। ਕਹਿੰਦੇ ਉਹ ਖੜਾ ਸੀਗਾ। ਜਦੋਂ ਕਹਿੰਦੇ ਉਹ ਖੜਾ ਹੋਇਆ ਕਹਿੰਦੇ ਆ ਕੇ ਅਤੇ ਕਹਿੰਦੇ ਉਹਨੂੰ ਦੇਖ ਕੇ ਇੱਦਾਂ ਲੱਗਦਾ ਸੀਗਾ ਵੀ ਜਿਵੇਂ ਬਸ ਬਹੁਤ ਵੱਡਾ ਕਲਯੁਗ ਜਿਹੜਾ ਹੁੰਦਾ ਉਹ ਇੱਥੇ ਆ ਗਿਆ ਹੁੰਦਾ ਸਾਡੇ ਘਰ 'ਚ। ਉਹ ਤੋਂ ਬਾਅਦ ਕਹਿੰਦੇ ਕੀ ਹੋਇਆ, ਉਹ ਜਿਹੜਾ ਵੱਡਾ ਜਮਦੂਤ ਸੀਗਾ ਕਹਿੰਦੇ ਉਹ ਇਹਨਾਂ ਨੂੰ ਕਹਿਣ ਲੱਗਾ, ਕਹਿੰਦਾ ਵੀ ਇੱਦਾਂ ਕਰੋ, ਇਸ ਘਰ ਦੀ ਪਹਿਲਾਂ ਲਾਈਟ ਜਿਹੜੀ ਆ ਉਹ ਬੰਦ ਕਰ ਦਿਓ। ਜਦ ਕਹਿੰਦੇ ਇੰਨੀ ਗੱਲ ਹੋਈ ਆ, ਅਚਨਚੇਤ ਕਹਿੰਦੇ ਵੀ ਸਾਡੇ ਜਿਹੜਾ ਨਾ ਮੇਨ ਸੁੱਚ ਦਾ ਕੜਕ ਦੇਣ ਖੜਾਕਾ ਹੋਇਆ ਅਤੇ ਸਾਡੀ ਜਿਹੜੀ ਘਰ ਦੀ ਲਾਈਟ ਪੂਰੀ ਤਰ੍ਹਾਂ ਗੁੱਲ ਹੋ ਗਈ। ਜਦ ਕਹਿੰਦੇ ਘਰ ਦੀ ਲਾਈਟ ਗੁੱਲ ਹੋ ਗਈ, ਬੰਦ ਹੋ ਗਈ। ਉਸ ਤੋਂ ਬਾਅਦ ਫਿਰ ਜਿਹੜਾ ਵੱਡਾ ਜਮਦੂਤ ਸੀਗਾ ਉਹ ਫਿਰ ਛੋਟਿਆਂ ਨੂੰ ਕਹਿਣ ਲੱਗਾ ਵੀ ਹਾਂ ਹੁਣ ਦੇਖੋ ਲਾਈਟ ਹੋ ਗਈ ਆ, ਪੂਰੀ ਤਰ੍ਹਾਂ ਬੰਦ ਹੋ ਗਈ, ਪਰ ਕਹਿੰਦੇ ਜਿਹੜੇ 2 ਜਮਦੂਤ ਸੀ ਉਹ ਕਹਿੰਦੇ ਕਹਿਣ ਲੱਗੇ ਵੀ ਬਾਹਰੋਂ ਤਾਂ ਸਾਰੀ ਬੰਦ ਹੋ ਗਈ, ਅੰਦਰ ਜਗਦੀ ਆ। ਫਿਰ ਕਹਿੰਦੇ ਉਹੀ ਵੱਡਾ ਜਮਦੂਤ ਉਹ ਕਹਿਣ ਲੱਗਾ ਕਿ ਇਹਨਾਂ ਦੇ ਫਰਿੱਜ ਦੇ ਕੋਲ ਇਨਵਰਟਰ ਹੈਗਾ, ਉਸ ਨੂੰ ਬੰਦ ਕਰ ਦਿਓ। ਜਦ ਕਹਿੰਦੇ ਇੰਨੀ ਗੱਲ ਹੋਈ ਆ, ਕਹਿੰਦੇ ਵੀ ਅਸੀਂ ਕੀ ਦੇਖਿਆ ਕਿ ਜਿਹੜਾ ਇਨਵਰਟਰ ਸੀਗਾ ਉਹ ਉੱਥੇ ਕਹਿੰਦੇ ਆਪਣੇ ਆਪ ਹੀ ਖਿਸਕ ਕੇ ਜਿਹੜਾ ਸੀ ਕੜਕਦੇ ਨਹੀਂ ਉਹ ਵੀ ਕਹਿੰਦੇ ਬੰਦ ਹੋ ਗਿਆ। ਜਦ ਬੰਦ ਹੋ ਗਿਆ, ਬੰਦ ਹੋਣ ਤੋਂ ਬਾਅਦ ਘਰ ਦੇ ਵਿੱਚ ਬਿਲਕੁਲ ਨੇਰ ਘੁੱਪ ਹੋ ਗਿਆ। ਜਦ ਨੇਰ ਘੁੱਪ ਹੋਇਆ, ਨੇਰ ਘੁੱਪ ਹੋਣ ਦੇ ਨਾਲ ਹੀ ਕਹਿੰਦੇ ਬੜੀਆਂ ਭਿਆਨਕ ਆਵਾਜ਼ਾਂ ਘਰ ਦੇ ਵਿੱਚ ਗੂੰਜਣ ਲੱਗੀਆਂ ਅਤੇ ਜਦ ਕਹਿੰਦੇ ਆਵਾਜ਼ਾਂ ਜਿਹੜੀਆਂ ਗੂੰਜਣ ਲੱਗੀਆਂ ਅਤੇ ਜਿਵੇਂ ਭਾਂਡੇ ਖੜਕਦੇ ਹੁੰਦੇ, ਇੰਨਾ ਸ਼ੋਰ-ਗੁਲ ਸ਼ੁਰੂ ਹੋਣ ਲੱਗ ਪਿਆ ਵੀ ਜਿਹੜਾ ਸਿਮਰਨ ਦਾ ਰਸ ਮੈਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਆ ਰਿਹਾ ਸੀ ਉਹ ਵੀ ਕਹਿੰਦਾ ਜਿਹੜਾ ਸੀ ਉਹ ਬੰਦ ਹੋ ਗਿਆ। ਜਦ ਕਹਿੰਦੇ ਸਿਮਰਨ ਦਾ ਰਸ ਵੀ ਬੰਦ ਹੋ ਗਿਆ, ਬੜੀਆਂ ਹੋਰ ਆਵਾਜ਼ਾਂ ਸ਼ੁਰੂ ਹੋਣ ਲੱਗ ਪਈਆਂ ਅਤੇ ਫਿਰ ਉਹ ਭਾਈ ਸਾਹਿਬ ਕਹਿੰਦੇ ਵੀ ਮੈਂ ਹੈ ਨਾ ਫਿਰ ਸਿਮਰਨ ਨਹੀਂ ਛੱਡਿਆ। ਪਰ ਕਹਿੰਦੇ ਵੀ ਜਦੋਂ ਮੈਂ ਸਿਮਰਨ ਨਹੀਂ ਛੱਡਿਆ ਫਿਰ ਕਹਿੰਦੇ ਬਾਹਰੋਂ ਆਵਾਜ਼ ਆਈ, ਕਹਿੰਦੇ ਭਾਈ ਆ ਚੱਲੀਏ।
ਜਦੋਂ ਕਹਿੰਦੇ ਬਾਹਰੋਂ ਫਿਰ ਇਹ ਆਵਾਜ਼ ਆਈ, ਤੇ ਪਰ ਕਹਿੰਦੇ ਜਦ ਮੈਂ ਸਿਮਰਨ ਨਹੀਂ ਛੱਡਿਆ ਤਾਂ ਫਿਰ ਕਹਿੰਦੇ ਉਹ ਜਮਦੂਤ ਮੈਨੂੰ ਫਿਰ ਬਾਹਰੋਂ ਕਹਿਣ ਲੱਗੇ, ਕਹਿੰਦੇ ਭਾਈ ਜਿਨ੍ਹਾਂ ਨੂੰ ਤੂੰ ਯਾਦ ਕਰਦਾ ਹੈਗਾ, ਆਵਾਜ਼ਾਂ ਮਾਰਦਾ, ਉਹ ਤੇਰੇ ਕੀ ਲੱਗਦੇ ਆ। ਜਦ ਕਹਿੰਦੇ ਜਮਦੂਤਾਂ ਨੇ ਮੈਨੂੰ ਫਿਰ ਇਹ ਗੱਲ ਕਹੀ, ਤੇ ਕਹਿੰਦੇ ਫਿਰ ਮੈਂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਕਿਹਾ ਉਹ ਮੇਰੇ ਮਾਲਕ ਲੱਗਦੇ ਆ। ਜਦ ਕਹਿੰਦੇ ਇੰਨੀ ਗੱਲ ਹੋਈ ਸੀ ਤਾਂ ਫਿਰ ਕਹਿੰਦੇ ਜਮਦੂਤ ਕਹਿਣ ਲੱਗੇ, ਕਹਿੰਦੇ ਵੀ ਹੁਣ ਮਾਲਕ ਤੇਰਾ ਮੈਂ ਆ, ਉਹ ਨਹੀਂ ਹੈਗੇ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਭਾਈ ਸਾਹਿਬ ਕਹਿਣ ਲੱਗੇ ਵੀ ਪਹਿਲਾਂ ਉਹ ਮੇਰੇ ਮਾਲਕ ਆ, ਧੰਨ ਗੁਰੂ ਨਾਨਕ ਸਾਹਿਬ, ਤੁਸੀਂ ਮੇਰੇ ਬਾਅਦ ਦੇ ਵਿੱਚ ਮਾਲਕ ਆ। ਕਹਿੰਦੇ ਵੀ ਜਦੋਂ ਇੰਨੀ ਗੱਲ ਹੋਈ ਉਸ ਤੋਂ ਬਾਅਦ ਭਾਈ ਸਾਹਿਬ ਕਹਿੰਦੇ ਮੈਂ ਇੱਕ ਸ਼ਬਦ ਜਿਹੜਾ ਸੀਗਾ ਉਹ ਬੜੀ ਜ਼ੋਰ ਦੀ ਉੱਚੀ ਦੇਣੀ ਆਵਾਜ਼ 'ਚ ਪੜ੍ਹਿਆ ਕਿ ਨਾਨਕ ਨਾਮ ਧਿਆਇਆ ਕਾਰਜ ਆਵੇ ਰਾਸ। ਅਤੇ ਨਾਲ ਹੀ ਕਹਿੰਦੇ ਵੀ ਜਿਹੜਾ ਸਿਮਰਨ ਸੀਗਾ ਉਹ ਨਾਲ ਹੀ ਵਾਹਿਗੁਰੂ 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 ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਕਹਿੰਦੇ ਵੀ ਨਾਲ ਸਿਮਰਨ ਫਿਰ ਮੈਂ ਜਾਰੀ ਕਰਨ ਲੱਗ ਪਿਆ, ਕਹਿੰਦੇ ਫਿਰ ਉਹ ਜਮਦੂਤ ਕਹਿਣ ਲੱਗੇ, ਕਹਿੰਦੇ ਵੀ ਲੱਗਦਾ ਇੱਦਾਂ ਕੰਮ ਲੋਟ ਨਹੀਂ ਆਉਣਾ ਹੈਗਾ, ਇਸ ਕਰਕੇ ਆਪਣੀ ਕਾਰਵਾਈ ਸ਼ੁਰੂ ਕਰੋ। ਕਹਿੰਦੇ ਵੀ ਜਦੋਂ ਉਹਨੇ ਇੰਨੀ ਗੱਲ ਕਹੀ ਉਸ ਤੋਂ ਬਾਅਦ ਕਹਿੰਦੇ ਕੀ ਹੋਇਆ, ਮੈਂ ਕੀ ਦੇਖਿਆ, ਬੜੇ ਹੀ ਭਿਆਨਕ ਜ਼ਹਿਰੀਲੇ ਤਰ੍ਹਾਂ ਦੇ ਵੱਡੇ ਵੱਡੇ ਫਨੀਅਰ ਨਾਗ ਕਹਿੰਦੇ ਅਤੇ ਹੋਰ ਬੜੀਆਂ ਭਿਆਨਕ ਆਕ੍ਰਿਤੀਆਂ ਕਹਿੰਦੇ ਮੇਰੇ ਵੱਲ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਕਹਿੰਦੇ ਉਹ ਸਾਰੀਆਂ ਚੀਜ਼ਾਂ ਮੇਰੇ ਵੱਲ ਸ਼ੁਰੂ ਹੋ ਗਈਆਂ ਤਾਂ ਸੱਪ ਜਿਹੜੇ ਸੀਗੇ ਕਹਿੰਦੇ ਇਸ ਤਰ੍ਹਾਂ ਫਰਾਟੇ ਮਾਰਦੇ ਨੂੰ ਮੂੰਹਾਂ 'ਚੋਂ ਅੱਗ ਕੱਢਣ ਕਿ ਬਸ ਜਿਹਨਾਂ ਨੂੰ ਦੇਖਦੇ ਸਾਰੀ ਜਿਹੜਾ ਸੀਗਾ ਹਰੇਕ ਆਦਮੀ ਦਹਿਲ ਜਾਂਦਾ ਹੈਗਾ। ਕਹਿੰਦੇ ਵੀ ਜਦੋਂ ਇਹਨਾਂ ਆਵਾਜ਼ਾਂ ਨੇ, ਇਹਨਾਂ ਬੜੀਆਂ ਭਿਆਨਕ ਕਿਰਤੀਆਂ ਨੇ ਕਹਿੰਦੇ ਫਿਰ ਮੈਨੂੰ ਜਿਹੜਾ ਸੀਗਾ ਉਹ ਚਾਰੇ ਪਾਸੋਂ ਘੇਰ ਲਿਆ। ਘੇਰਨ ਤੋਂ ਬਾਅਦ ਫਿਰ ਕਹਿੰਦੇ ਮੈਂ ਜਿਹੜਾ ਸਿਮਰਨ ਸੀਗਾ ਵਾਹਿਗੁਰੂ 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 ਕਹਿੰਦੇ ਇਹ ਨਹੀਂ ਛੱਡਿਆ। ਪਰ ਕਹਿੰਦੇ ਦੇਖੋ ਇਸ ਸਿਮਰਨ ਦੀ ਬਦੌਲਤ, ਇਸ ਸਿਮਰਨ ਦੀ ਤਾਕਤ ਕਹਿੰਦਾ ਵੀ ਉਹ ਜਿੰਨੀਆਂ ਭਿਆਨਕ ਕਿਰਤੀਆਂ ਸੀਗੀਆਂ ਮੇਰੇ ਕੋਲ ਆਉਂਦੀਆਂ ਜਦੋਂ 3 ਫੁੱਟ ਦੀ ਦੂਰੀ ਰਹਿ ਗਈ, ਉਹ 3 ਫੁੱਟ ਦੀ ਦੂਰੀ 'ਤੇ ਆ ਕੇ ਕਹਿੰਦੀਆਂ ਸਾਰੀਆਂ ਰੁਕ ਗਈਆਂ। ਜਦ ਕਹਿੰਦੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰੁਕ ਗਈਆਂ ਅਤੇ ਉਸ ਤੋਂ ਬਾਅਦ ਫਿਰ ਭਾਈ ਸਾਹਿਬ ਕਹਿੰਦੇ ਕਿ ਮੈਨੂੰ ਹੈ ਨਾ ਬਸ ਸਿਮਰਨ ਦੇ ਉੱਤੇ ਮੇਰਾ ਹੋਰ ਵੀ ਭਰੋਸਾ ਰਹਿ ਗਿਆ ਵੀ ਜਦ ਤੱਕ ਸਿਮਰਨ ਹੈ ਨਾ ਇਹ ਮੇਰਾ ਕੁਛ ਨਹੀਂ ਵਿਗਾੜ ਸਕਦੇ। ਉਸ ਤੋਂ ਬਾਅਦ ਕਹਿੰਦੇ ਫਿਰ ਬਾਹਰੋਂ ਫਿਰ ਆਵਾਜ਼ ਆਈ, ਕਹਿੰਦੇ ਭਾਈ ਤੂੰ ਇਹਨਾਂ ਚੀਜ਼ਾਂ ਦਾ ਦੁੱਖ ਹੀ ਹੈਗਾ। ਅਤੇ ਜਦੋਂ ਕਹਿੰਦੇ ਵੀ ਇੰਨੀ ਗੱਲ ਹੋਈ ਹੈ ਤਾਂ ਕਹਿੰਦੇ ਵੀ ਮੈਂ ਉਹਨਾਂ ਨੂੰ ਕੋਈ ਆਵਾਜ਼ ਦਾ ਜਿਹੜਾ ਸੀਗਾ ਉਹਨਾਂ ਦਾ ਜਵਾਬ ਨਹੀਂ ਦਿੱਤਾ, ਮੈਂ ਚੁੱਪ ਕਰਕੇ ਜਿਹੜਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਕਹਿੰਦੇ ਮੈਂ ਇਹ ਵੀ ਦੇਖਿਆ ਵੀ ਮੇਰੇ ਜਿਹੜੇ ਘਰ ਦੇ ਸੀਗੇ ਜਦੋਂ ਮੈਂ ਗੱਲ ਕਰਦਾ ਸੀਗਾ ਤਾਂ ਘਰਦਿਆਂ ਨੂੰ ਇਸ ਤਰ੍ਹਾਂ ਲੱਗਾ ਹੈਗਾ ਵੀ ਇਹ ਹੁਣ ਕਮਲਾ ਹੋ ਗਿਆ ਅਤੇ ਬਾਰ-ਬਾਰ ਇਹੀ ਕਹੀ ਜਾਂਦਾ ਸੱਪ ਆ ਗਿਆ, ਆਹ ਚੀਜ਼ ਆ ਗਈ, ਉਹ ਬੰਦੇ ਆ ਗਏ, ਉਹਨਾਂ ਦੇ ਹੱਥਾਂ 'ਚ ਅੱਗਾਂ ਹੈਗੀਆਂ, ਉਹਨਾਂ ਦੇ ਹੱਥਾਂ 'ਚ ਹਥਿਆਰ ਵਾ, ਗਰਮ ਕਰਕੇ ਮੈਨੂੰ ਜਿਹੜੇ ਉਹ ਦਿਖਾ ਰਹੇ ਆ। ਅਤੇ ਕਹਿੰਦੇ ਜਮਦੂਤ ਮੈਨੂੰ ਇਹ ਕਹਿ ਰਹੇ ਆ, ਕਹਿੰਦੇ ਵੀ ਤੈਨੂੰ ਅਸੀਂ ਤੇਲ ਦੇ ਕੜਾਹੇ 'ਚ ਤਲਣਾ ਹੈਗਾ, ਤੂੰ ਇੱਕ ਵਾਰ ਇੱਥੋਂ ਘਰੋਂ ਬਾਹਰ ਆ। ਕਹਿੰਦੇ ਜਦ ਇੱਦਾਂ ਦੀਆਂ ਮੈਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਕਹਿੰਦੇ ਵੀ ਘਰਦਿਆਂ ਨੇ ਸੋਚਿਆ ਵੀ ਲੱਗਦਾ ਇਹਦਾ ਦਿਮਾਗੀ ਸੰਤੁਲਨ ਜਿਹੜਾ ਹੈਗਾ ਉਹ ਖ਼ਰਾਬ ਹੋ ਗਿਆ। ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਫਿਰ ਰਿਸ਼ਤੇਦਾਰਾਂ ਨੂੰ ਫੋਨ ਲਾਉਣੇ ਸ਼ੁਰੂ ਕੀਤੇ। ਅਤੇ ਭਾਈ ਸਾਹਿਬ ਕਹਿੰਦੇ ਵੀ ਇੱਕ ਮੇਰੀ ਹੈ ਨਾ ਭੈਣ ਅਮਰੀਕਾ ਵਿੱਚ ਸੀਗੀ, ਉਹਨੂੰ ਕਹਿੰਦੇ ਜਦੋਂ ਉਹਨਾਂ ਨੇ ਫੋਨ ਲਾਇਆ ਅਤੇ ਮੇਰੀ ਭੈਣ ਜੀ ਨੇ ਕਹਿੰਦੇ ਅੰਮ੍ਰਿਤ ਛਕਿਆ ਸੀਗਾ। ਜਦੋਂ ਕਹਿੰਦੇ ਘਰਦਿਆਂ ਨੂੰ ਸਾਰੀ ਗੱਲ ਫੋਨ 'ਤੇ ਦੱਸੀ ਅਤੇ ਫਿਰ ਭੈਣ ਜੀ ਕਹਿੰਦੇ ਉਹ ਕਹਿਣ ਲੱਗੇ ਵੀ ਇਹ ਜੋ ਕੁਛ ਬੋਲ ਰਿਹਾ ਸੱਚ ਬੋਲ ਰਿਹਾ ਹੈਗਾ, ਜੇ ਕਹਿ ਰਿਹਾ ਹੈ ਨਾ ਵੀ ਮੇਰਾ ਅੰਤ ਸਮਾਂ ਆ ਗਿਆ ਅਤੇ ਵਾਕਿਆ ਇਸ ਤਰ੍ਹਾਂ ਹੈਗਾ, ਤੁਸੀਂ ਇਸ ਤਰ੍ਹਾਂ ਕਰੋ ਜਿਵੇਂ ਵੀ ਕਿਵੇਂ ਜਿਹੜਾ ਹੈ ਨਾ ਇਸ ਨੂੰ ਰਾੜਾ ਸਾਹਿਬ ਮਹਾਂਪੁਰਖਾਂ ਦੇ ਚਰਨਾਂ 'ਚ ਲੈ ਜਾਓ। ਕਹਿੰਦੇ ਵੀ ਜਦੋਂ ਉਹਨਾਂ ਨੇ ਫੋਨ ਦੇ ਵਿੱਚ ਇਹ ਦੱਸਿਆ ਉਸ ਤੋਂ ਬਾਅਦ ਕਹਿੰਦੇ ਫਿਰ ਜਿਹੜੇ ਜਮਦੂਤ ਸੀਗੇ ਕਹਿੰਦੇ ਉਹ ਮੈਨੂੰ ਜਿਹੜੇ ਸੀਗੇ ਉਹ ਕਹਿਣ ਲੱਗੇ, ਕਹਿੰਦੇ ਦੇਖ ਭਾਈ ਤੈਨੂੰ ਅਸੀਂ ਬੜੇ ਪਿਆਰ ਦੇ ਨਾਲ ਲੈ ਕੇ ਜਾਵਾਂਗੇ ਅਤੇ ਤੈਨੂੰ ਅਸੀਂ ਜਮਦੂਤਾਂ ਦਾ ਮਨੀਟਰ ਵੀ ਬਣਾ ਦਿਆਂਗੇ। ਅਤੇ ਜਿਵੇਂ ਕਹਿੰਦੇ ਜਮਦੂਤ ਕਹਿੰਦੇ ਜਿਵੇਂ ਅਸੀਂ ਹੈ ਨਾ ਬੰਦੇ ਲੈ ਕੇ ਆਉਂਦੇ ਹਾਂ ਇਸੇ ਤਰ੍ਹਾਂ ਤੂੰ ਵੀ ਸੰਸਾਰ ਦੇ ਬੰਦਿਆਂ ਨੂੰ ਲੈ ਕੇ ਜਾਇਆ ਕਰੂੰਗਾ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਕਹਿੰਦੇ ਮੈਂ ਕੋਈ ਜਵਾਬ ਨਹੀਂ ਦਿੱਤਾ ਅਤੇ ਚੁੱਪ ਕਰਕੇ ਕਹਿੰਦੇ ਮੈਂ ਸਿਮਰਨ ਜਾਰੀ ਰੱਖਿਆ। ਜਦੋਂ ਵਾਹਿਗੁਰੂ 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 ਕਰਦਾ ਰਿਹਾ ਤਾਂ ਫਿਰ ਕਹਿੰਦੇ ਉਹ ਜਮਦੂਤ ਮੈਨੂੰ ਕਹਿਣ ਲੱਗੇ ਤੂੰ ਦੱਸ ਤੂੰ ਚਾਹੁੰਦਾ ਕੀ ਆ। ਜਦ ਕਹਿੰਦੇ ਜਮਦੂਤਾਂ ਨੇ ਮੈਨੂੰ ਫਿਰ ਦੁਬਾਰਾ ਇਹ ਪੁੱਛਿਆ ਸੀਗਾ, ਫਿਰ ਭਾਈ ਸਾਹਿਬ ਕਹਿਣ ਲੱਗੇ ਕਿ ਮੈਂ ਉਹਨਾਂ ਨੂੰ ਕਿਹਾ ਮੈਨੂੰ ਤੁਸੀਂ 2-4 ਦਿਨ ਹੋਰ ਦਿਓ। ਅਤੇ ਕਹਿੰਦੇ ਵੀ ਜਦੋਂ ਤੁਸੀਂ ਮੈਨੂੰ 2-4 ਦਿਨ ਦਿਓਗੇ ਤਾਂ ਮੈਂ ਇਸ 2-4 ਦਿਨ ਦੇ ਵਿੱਚ ਹੋਰ ਆਪਣੀ ਜੋ ਜ਼ਿੰਦਗੀ ਦਾ ਜੋ ਫੈਸਲਾ ਹੈਗਾ ਮੈਂ ਨਿਰਣਾ ਲੈ ਕੇ ਫਿਰ ਤੁਹਾਨੂੰ ਦੱਸ ਦਊਂਗਾ। ਜਦ ਕਹਿੰਦੇ ਵੀ ਇੰਨੀ ਗੱਲ ਹੋਈ ਤਾਂ ਜਿਹੜੇ ਜਮਦੂਤ ਸੀ ਉਹ ਭਿਆਨਕ ਗੁੱਸੇ 'ਚ ਆਏ ਅਤੇ ਉਹ ਮੈਨੂੰ ਕਹਿਣ ਲੱਗੇ ਕਿ ਤੈਨੂੰ ਸਾਰੀ ਅਸੀਂ ਜ਼ਿੰਦਗੀ ਤੈਨੂੰ ਦਿੱਤੀ ਸੀਗੀ, ਤੂੰ ਸਾਰੀ ਜ਼ਿੰਦਗੀ 'ਚ ਕੀ ਕੀਤਾ। ਕਹਿੰਦੇ ਫਿਰ ਉਹਨਾਂ ਨੇ ਮੈਨੂੰ ਬੜੀਆਂ ਭੱਦੀਆਂ ਸ਼ਬਦਾਵਲੀਆਂ ਦੇ ਵਿੱਚ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰਦੀ ਨਾਲ ਕਹਿੰਦੇ ਮੈਨੂੰ ਕਹਿਣ ਲੱਗੇ ਤੂੰ ਸਾਰੀ ਉਮਰ ਸ਼ਰਾਬ ਪੀਂਦਾ ਰਿਹਾ ਹੈਗਾ, ਇਹ ਜਿਹੜੀਆਂ ਚੀਜ਼ਾਂ ਅਸੀਂ ਤੇਰੇ ਵੱਲੋਂ ਭੇਜੀਆਂ ਤੂੰ ਉਹਨਾਂ ਦਾ ਦੁੱਖ ਹੀ ਹੈਗਾ ਅਤੇ ਤੈਨੂੰ ਇਹ ਸਾਰਾ ਹਿਸਾਬ ਕਿਤਾਬ ਜਿਹੜਾ ਹੈਗਾ ਉਹ ਦੇਣਾ ਹੀ ਪਊਗਾ। ਅਤੇ ਕਹਿੰਦੇ ਵੀ ਤੂੰ ਜੋ ਮਰਜ਼ੀ ਕਰ ਲਾ, ਅਸੀਂ ਤੈਨੂੰ ਹਰ ਹਾਲ ਲੈ ਕੇ ਹੀ ਜਾਣਾ ਹੈਗਾ, ਤੂੰ ਕਿੰਨਾ ਚਿਰ ਜਿਹੜਾ ਹੈਗਾ ਉਹ ਸਿਮਰਨ ਦਾ ਓਟ ਆਸਰਾ ਲੈ ਕੇ ਬਚਿਆ ਰਹੂੰਗਾ। ਜਦ ਕਹਿੰਦੇ ਜਮਦੂਤਾਂ ਨੇ ਇਹ ਗੱਲ ਕਹੀ ਫਿਰ ਭਾਈ ਸਾਹਿਬ ਕਹਿੰਦੇ ਕਿ ਮੈਂ ਜਿਹੜਾ ਸਿਮਰਨ ਸੀਗਾ ਪਰ ਜਾਰੀ ਰੱਖਿਆ, ਜਮਦੂਤਾਂ ਦੀ ਜਿਹੜੀ ਗੱਲ ਦਾ ਕੋਈ ਧਿਆਨ ਨਹੀਂ ਦਿੱਤਾ।
ਸਾਰੀ ਰਾਤ ਕਹਿੰਦੇ ਵੀ ਅਸੀਂ ਇਸੇ ਕਸ਼ਮ ਦੇ ਵਿੱਚ ਕੱਢੀ ਹੈਗੀ ਆ। ਜਦ ਥੋੜ੍ਹਾ ਜਿਹਾ ਦਿਨ ਚੜ੍ਹਿਆ ਕਹਿੰਦੇ ਉਸੇ ਟਾਈਮ ਅਸੀਂ ਹੈ ਨਾ ਜਦ ਰਾੜਾ ਸਾਹਿਬ ਵੱਲ ਤੁਰੇ ਹਾਂ ਅਤੇ ਫਿਰ ਕਹਿੰਦੇ ਰਸਤੇ ਦੇ ਵਿੱਚ ਫਿਰ ਦੁਬਾਰਾ ਜਿਹੜੀ ਸੀ ਇਹ ਆਵਾਜ਼ ਆਈ। ਆਵਾਜ਼ ਕਹਿੰਦੇ ਵੀ ਇਹ ਆਈ, ਕਹਿੰਦੇ ਵੀ ਭਾਈ ਚੱਲ ਠੀਕ ਆ, ਅਸੀਂ ਤੈਨੂੰ ਲੈਣ ਆਏ ਸੀਗੇ, ਅਸੀਂ ਤੇਰਾ ਬਹੁਤ ਬੁਰਾ ਹਾਲ ਕਰਨਾ ਸੀਗਾ, ਪਰ ਤੂੰ ਕਿਸੇ ਚੰਗੀ ਕਿਸਮਤ ਕਰਕੇ ਬਚ ਗਿਆ ਹੈਗਾ। ਹੁਣ ਅਸੀਂ ਕਹਿੰਦੇ ਤੇਰੇ ਤੋਂ ਬਹੁਤ ਦੂਰ ਜਾ ਰਹੇ ਹਾਂ, ਇੰਨੀ ਕਹਿੰਦੇ ਦੂਰ ਜਾ ਰਹੇ ਹਾਂ ਹੈ ਨਾ ਕਿ ਹੁਣ ਮੈਂ ਨਹੀਂ, ਤੈਨੂੰ ਕੋਈ ਹੋਰ ਹੀ ਆਦਮੀ ਲੈਣ ਆਉਣਗੇ। ਕਹਿੰਦੇ ਇਹ ਜਿਹੜੀਆਂ ਆਵਾਜ਼ਾਂ ਸੀਗੀਆਂ ਸਾਨੂੰ ਉੱਥੇ ਸੁਣੀਆਂ ਜਦੋਂ ਅਸੀਂ ਰਾੜਾ ਸਾਹਿਬ ਗੁਰਦੁਆਰੇ ਮੇਨ ਦਰਵਾਜ਼ੇ ਦੇ ਕੋਲ ਪਹੁੰਚ ਗਏ ਸੀਗੇ। ਉਸ ਤੋਂ ਬਾਅਦ ਕਹਿੰਦੇ ਫਿਰ ਬਾਅਦ ਦੇ ਵਿੱਚ ਕੋਈ ਆਵਾਜ਼ ਭਾਈ ਸਾਹਿਬ ਕਹਿੰਦੇ ਸਾਨੂੰ ਜਮਦੂਤਾਂ ਦੀ ਦਿਖਾਈ ਨਹੀਂ ਦਿੱਤੀ ਅਤੇ ਨਾ ਕਹਿੰਦੇ ਸਾਨੂੰ ਸੁਣੀ ਆ, ਬਿਲਕੁਲ ਫਿਰ ਪਹਿਲੇ ਵਾਂਗੂ ਸ਼ਾਂਤੀ ਹੋ ਗਈ। ਉਸ ਤੋਂ ਬਾਅਦ ਭਾਈ ਸਾਹਿਬ ਕਹਿੰਦੇ ਵੀ ਜਦੋਂ ਅਸੀਂ ਅੰਦਰ ਗਏ ਹਾਂ ਅਤੇ ਉੱਥੇ ਹੈ ਨਾ ਉਹਨਾਂ ਟਾਈਮਾਂ ਦੇ ਵਿੱਚ ਬਾਬਾ ਤੇਜਾ ਸਿੰਘ ਮਹਾਂਪੁਰਖ ਸੀਗੇ। ਕਹਿੰਦੇ ਅਸੀਂ ਭੋਰੇ ਸਾਹਿਬ ਵਾਲੇ ਜਦ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਆ, ਕਹਿੰਦੇ ਗੱਲਬਾਤ ਸੁਣ ਕੇ ਮਹਾਂਪੁਰਖਾਂ ਨੇ ਜਿਹੜੇ ਨੇਤਰ ਖੋਲ੍ਹੇ ਆ ਅਤੇ ਨੇਤਰ ਖੋਲ੍ਹ ਕੇ ਕਹਿਣ ਲੱਗੇ, ਕਹਿੰਦੇ ਭਾਈ ਤੁਸੀਂ ਇਸ ਤਰ੍ਹਾਂ ਕਰੋ, ਲੰਗਰ ਹਾਲ 'ਚ ਜਾਓ, ਲੰਗਰ ਹਾਲ 'ਚ ਜਾ ਕੇ ਤੁਸੀਂ ਸੇਵਾ ਕਰੋ ਅਤੇ ਸਵੇਰੇ ਜਦ ਚੜ੍ਹੂਗਾ ਕਹਿੰਦੇ ਫਿਰ ਅਸੀਂ ਸਵੇਰੇ ਤੁਹਾਡੇ ਨਾਲ ਗੱਲ ਕਰਾਂਗੇ। ਕਹਿੰਦੇ ਵੀ ਅਸੀਂ ਲੰਗਰ ਹਾਲ 'ਚ ਚੱਲ ਗਏ। ਲੰਗਰ ਹਾਲ 'ਚ ਜਾ ਕੇ ਇਹਨੇ ਸੇਵਾ ਕੀਤੀ। ਫਿਰ ਅਗਲੇ ਦਿਨ ਕਹਿੰਦੇ ਮਹਾਂਪੁਰਖਾਂ ਨੇ ਸਾਨੂੰ ਹੁਕਮ ਦਿੱਤਾ ਵੀ ਤੁਸੀਂ ਅੰਮ੍ਰਿਤ ਛਕ ਕੇ ਤਿਆਰ ਸਿੰਘ ਸੱਜ ਜਾਓ। ਭਾਈ ਸਾਹਿਬ ਕਹਿੰਦੇ ਫਿਰ ਅਸੀਂ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਕਹਿੰਦੇ ਵੀ ਅਸੀਂ ਬਿਲਕੁਲ ਤਿਆਰ ਹੋ ਗਏ। ਉਸ ਤੋਂ ਬਾਅਦ ਕਹਿੰਦੇ ਵੀ ਦੇਖੋ ਅੱਜ ਤੱਕ ਨਾ ਤਾਂ ਕਿਸੇ ਜਮਦੂਤ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ ਆ, ਨਾ ਕੁਛ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ। ਇਹ ਸਾਰਾ ਕੁਛ ਜਿਹੜਾ ਸੀਗਾ ਕਹਿੰਦੇ ਵੀ ਇਹ ਬਿਲਕੁਲ ਬੰਦ ਹੋ ਗਿਆ ਹੈਗਾ। ਅਤੇ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਇਹ ਆਉਂਦਾ ਕਿ ਅਗਰ ਮੈਂ ਉਹਨਾਂ ਟਾਈਮਾਂ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਹੁਣਾਂ ਦੇ ਦੀਵਾਨ ਨਾ ਸੁਣੇ ਹੁੰਦੇ ਅਤੇ ਆਹ ਜਿਹੜੀ ਮੌਤ ਦੇ ਟਾਈਮ ਜੋ ਮੈਨੂੰ ਸੋਝੀ ਹੋਈ ਆ ਨਾ ਵੀ ਕਿਵੇਂ ਜਮਦੂਤ ਆਉਂਦੇ ਆ ਅਤੇ ਕਿਵੇਂ ਆ ਕੇ ਉਹ ਆਪਣੀਆਂ ਸਾਰੀਆਂ ਜਿਹੜੀਆਂ ਸ਼ਕਤੀਆਂ ਹੈਗੀਆਂ ਉਸ ਜੀਵ ਦੇ ਉੱਤੇ ਚਲਾ ਕੇ ਤਾਂ ਉਹਨੂੰ ਜਮਲੋਕ ਲੈ ਜਾਂਦੇ ਆ, ਇਹ ਸਾਰਾ ਦ੍ਰਿਸ਼ ਕਹਿੰਦੇ ਮੈਨੂੰ ਕਦੀ ਦਿਖਾਈ ਨਾ ਦਿੰਦਾ। ਇਹ ਸਾਰਾ ਕੁਛ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਦੇ ਸੁਣੇ ਦੀਵਾਨਾਂ ਦੀ ਬਦੌਲਤ ਕਰਕੇ ਹੋਇਆ ਕਿ ਮੈਨੂੰ ਅੰਤ ਸਮੇਂ ਮੌਤ ਦੇ ਸਮੇਂ ਇਹ ਸਾਰੀ ਸੋਝੀ ਹੋਈ ਆ ਅਤੇ ਇਸ ਜਮਦੂਤਾਂ ਦੀ ਭਿਆਨਕ ਮਾਰ ਤੋਂ ਮੈਨੂੰ ਮਹਾਂਪੁਰਖ ਬਾਬਾ ਈਸ਼ਰ ਸਿੰਘ ਉਹਨਾਂ ਨੇ ਆਪ ਹੱਥ ਦੇ ਕੇ ਰੱਖ ਲਿਆ ਹੈਗਾ। ਸੋ ਕਹਿੰਦੇ ਵੀ ਇਹ ਜੋ ਕਿਰਪਾ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਦੀ ਹੋਈ ਆ, ਜਿਸ ਕਰਕੇ ਇਹ ਜਿਹੜਾ ਮੇਰਾ ਮੌਤ ਦਾ ਸਮਾਂ ਉਹ ਟਲ ਗਿਆ ਹੈ ਅਤੇ ਹੁਣ ਕਹਿੰਦੇ ਜਿਹੜਾ ਮੇਰਾ ਜੀਵਨ ਹੈਗਾ ਉਹ ਹੁਣ ਪਹਿਲੇ ਦੀ ਤਰ੍ਹਾਂ ਸੇਵਾ ਅਤੇ ਸਿਮਰਨ ਦੇ ਵਿੱਚ ਚੱਲ ਰਿਹਾ। ਸੋ ਕਹਿਣ ਤੋਂ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪੂਰਨ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਆ, ਉਹਨਾਂ ਦੇ ਬਚਨ ਸਰਵਣ ਕੀਤੇ ਆ, ਉਹਨਾਂ ਦੀ ਸੇਵਾ ਕੀਤੀ ਆ ਅਤੇ ਉਹਨਾਂ ਦੇ ਸਿਮਰਨ ਸੇਵਾ ਅਤੇ ਦਰਸ਼ਨਾਂ ਦਾ ਸਦਕਾ ਇਹ ਜਿਹੜਾ ਜੀਵ ਹੈਗਾ ਇਹਨਾਂ ਜਮਦੂਤਾਂ ਦੀ ਮਾਰ ਤੋਂ ਬਚ ਜਾਂਦਾ ਹੈਗਾ। ਉਹਦਾ ਲੋਕ ਅਤੇ ਪਰਲੋਕ ਦੋਨੇ ਸਹੇਲੇ ਹੋ ਜਾਂਦੇ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾ ਚੁੱਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।